आदाब नमस्कार सत श्रीकाल जी। प्रोग्राम देख रहे सारे दर्शकों निੱਘਾ ਸਵਾਗਤ ਹੈ ਜੀ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9914400369। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਜਸਮੀਤ ਭਾਟੀਆ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਇੱਕ ਵਾਰੀ ਫੇਰ ਸਾਰਿਆਂ ਨਾਲ ਰੂਬਰੂ ਹੋਣ ਆਇਆ ਤਾਂ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਇਸ ਪੈਂਡੇਮਿਕ ਦੇ ਵਿੱਚ ਅਸੀਂ ਕਿਵੇਂ ਨਿਕਲ ਸਕਦੇ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਬਹੁਤ ਸਾਰੀਆਂ ਕਨਫਿਊਜ਼ਨਸ ਹੈ, ਬਹੁਤ ਸਾਰੇ ਸਵਾਲ ਹੈ ਹਰ ਕਿਸੇ ਦੇ ਮਨ ਵਿੱਚ ਕਿ ਕਿੱਦਾਂ ਹੁਣ ਬਾਹਰ ਜਾ ਸਕਾਂਗੇ ਅਸੀਂ ਕਿਸੇ ਵੀ ਕੰਟਰੀ, ਚਾਹੇ ਉਹ ਕੈਨੇਡਾ ਹੈ, ਚਾਹੇ ਆਸਟ੍ਰੇਲੀਆ, ਚਾਹੇ ਉਹ UK ਹੈ, ਤਾਂ ਕੀ ਕੁਐਸਚਨਸ ਬੱਚਿਆਂ ਦੇ ਦਿਮਾਗ 'ਚ ਆ ਰਹੇ ਨੇ। ਸੋ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਸਟੂਡੈਂਟਸ ਨਾਲ ਰੂਬਰੂ ਹੋਵਾਂ। ਮੈਂ ਫੇਸਬੁੱਕ, YouTube 'ਤੇ ਲਾਈਵ ਸੈਸ਼ਨਸ ਕਰਦਾ ਰਹਿਣਾ ਔਰ ਬਹੁਤ ਧੰਨਵਾਦ ਸਟੂਡੈਂਟਸ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਆ। ਸੋ ਜੇ ਤੁਸੀਂ ਵੀ ਲੇਟੈਸਟ ਅਪਡੇਟਸ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਲੈਂਡਮਾਰਕ ਇਮੀਗ੍ਰੇਸ਼ਨ, ਔਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲੈਂਡਮਾਰਕ ਇਮੀਗ੍ਰੇਸ਼ਨ, ਕਿਉਂਕਿ ਉੱਥੇ ਮੈਂ ਡੇਲੀ ਕੋਈ ਨਾ ਕੋਈ ਅਪਡੇਟ ਜਾਂ ਡੇਲੀ ਕੋਈ ਵੀ ਅਪਡੇਟ ਸਾਨੂੰ ਕਿਤੋਂ ਵੀ ਆ ਰਿਹਾ ਅਸੀਂ ਡੇਲੀ ਸ਼ੇਅਰ ਕਰਦੇ ਹਾਂ। ਔਰ ਹੁਣ ਤੱਕ ਕਾਲਜ ਦੇ 40 ਨੁਮਾਇੰਦੇ ਸਾਡੇ ਫੇਸਬੁੱਕ ਪੇਜ ਔਰ YouTube ਪੇਜ 'ਤੇ ਆ ਕੇ ਆਪਣੇ ਕਾਲਜ ਬਾਰੇ ਦੱਸ ਕੇ ਜਾ ਚੁੱਕੇ ਨੇ। ਕਰੋਨਾ ਵਾਇਰਸ ਕਿਵੇਂ ਅਫੈਕਟ ਕੀਤਾ ਸਟੱਡੀਜ਼ ਨੂੰ ਉਹਦੇ ਬਾਰੇ ਦੱਸ ਕੇ ਜਾ ਚੁੱਕੇ ਨੇ। ਸੋ ਉਹਨਾਂ ਦੇ ਜ਼ਬਾਨੀ ਤੁਸੀਂ ਸੁਣ ਸਕਦੇ ਹੋ, ਉਹਨਾਂ ਨੂੰ ਦੇਖ ਸਕਦੇ ਹੋ ਤਾਂ ਔਰ ਉਹਨਾਂ ਨੂੰ ਕੁਐਸਚਨਸ ਵੀ ਪੁੱਛ ਸਕਦੇ ਹੋ ਜਿਹੜੇ ਸਾਡੇ ਲਾਈਵ ਸੈਸ਼ਨਸ ਸਾਡੇ ਫੇਸਬੁੱਕ ਪੇਜ ਔਰ YouTube ਚੈਨਲ 'ਤੇ ਚੱਲ ਰਹੇ ਨੇ। ਸੋ ਬਿਲਕੁਲ ਜੀ ਸਬਸਕ੍ਰਾਈਬ ਕਰੋ ਸਾਡੇ YouTube ਚੈਨਲ ਨੂੰ ਔਰ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰੋ। ਪਰ ਅੱਜ ਕੁਝ ਕਾਫੀ ਸਾਰੇ ਮੁੱਦਿਆਂ 'ਤੇ ਅਸੀਂ ਗੱਲ ਕਰਾਂਗੇ, ਜਿਵੇਂ ਕਿ ਡਿਊਲਿੰਗੋ ਟੈਸਟ ਦੀ ਕੀ ਵੈਲਿਡਿਟੀ ਹੈ, ਆਈਲੈਟਸ ਟੈਸਟ ਕਦੋਂ ਹੋਣਗੇ, VFS ਕਦੋਂ ਓਪਨ ਹੋਏਗਾ, ਐਮਬੈਸੀ ਦੇ ਰਿਜ਼ਲਟਸ ਕਦੋਂ ਆਉਣੇ ਸ਼ੁਰੂ ਹੋਣਗੇ, CAQ, ਕਿਉਂਕਿ ਜਿਹੜੇ ਜਨਰਲ ਕੁਐਸਚਨਸ ਸਟੂਡੈਂਟਸ ਮੈਨੂੰ ਬਹੁਤ ਵਾਰੀ ਪੁੱਛ ਰਹੇ ਨੇ ਕਿ CAQ ਦੇ ਰਿਜ਼ਲਟਸ ਕਦੋਂ ਆਉਣਗੇ, ਕਿਹੜੇ ਆਉਣ ਵਾਲੇ ਇਨਟੇਕਸ 'ਚ ਸਾਨੂੰ ਅਪਲਾਈ ਕਰਨਾ ਚਾਹੀਦਾ ਹੈ, ਔਨਲਾਈਨ ਸਟੱਡੀਜ਼। ਸੋ ਅੱਜ ਇਹਨਾਂ ਸਾਰੇ ਮੁੱਦਿਆਂ 'ਤੇ ਅਸੀਂ ਗੱਲ ਕਰਾਂਗੇ। ਤਾਂ ਹੀ ਮੈਂ ਸਪੈਸ਼ਲੀ ਅੱਜ ਤੁਹਾਡੀ ਸਟੂਡੀਓ 'ਚ ਆਇਆ ਔਰ ਮੈਂ ਇਹ ਰਿਕਾਰਡਿੰਗ ਕਰ ਰਿਹਾ ਤਾਂ ਕਿ ਇਹ ਸਾਰੀਆਂ ਗੱਲਾਂ ਦਰਸ਼ਕਾਂ ਤੱਕ ਪਹੁੰਚ ਸਕਣ। ਔਰ ਜਿਹੜੇ ਦਰਸ਼ਕ ਇਸ ਚੀਜ਼ ਤੋਂ ਬਹੁਤ ਜ਼ਿਆਦਾ ਡਾਊਟਸ ਆਪਣੇ ਮਨ 'ਚ ਲੈ ਕੇ ਬੈਠੇ ਹੋਏ ਆ। ਸੋ ਪਹਿਲੀ ਗੱਲ ਅਸੀਂ ਗੱਲ ਕਰਾਂਗੇ ਕਿ ਔਨਲਾਈਨ ਕਲਾਸਿਸ ਬਾਰੇ। ਔਨਲਾਈਨ ਕਲਾਸਿਸ ਜੇ ਤੁਸੀਂ ਲਾਉਂਦੇ ਹੋ ਤਾਂ ਤੁਹਾਨੂੰ ਬੈਨੀਫਿਟ ਹੈ, ਕਿਉਂਕਿ ਅੱਜ ਦੀ ਡੇਟ 'ਚ ਜੇ ਤੁਸੀਂ ਕੈਨੇਡਾ ਵੀ ਚਲੇ ਜਾਂਦੇ ਹੋ ਤਾਂ ਵੀ ਉੱਥੇ ਜਾ ਕੇ ਵੀ ਸਾਨੂੰ ਔਨਲਾਈਨ ਕਲਾਸਿਸ ਹੀ ਲਗਾਉਣੀਆਂ ਪੈਣੀਆਂ। ਸੋ ਕੀ ਫ਼ਰਕ ਪੈਂਦਾ, ਤੁਸੀਂ ਇੰਡੀਆ 'ਚੋਂ ਜਾਂ ਕੈਨੇਡਾ 'ਚੋਂ ਕਲਾਸਿਸ ਤਾਂ ਔਨਲਾਈਨ ਹੀ ਲੱਗ ਰਹੀਆਂ। ਸੋ ਉਹਦਾ ਬੈਨੀਫਿਟ ਇਹ ਹੈ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੁਹਾਨੂੰ ਪੂਰਾ ਮਿਲੇਗਾ। ਸੋ ਜੇ ਤੁਹਾਡਾ 2 ਸਾਲ ਦਾ ਕੋਰਸ ਹੈ ਔਰ ਉਹਦੇ ਵਿੱਚੋਂ ਜੇ ਤੁਸੀਂ ਸਾਲ ਦੀ ਪੜ੍ਹਾਈ ਔਨਲਾਈਨ ਵੀ ਕਰਦੇ ਹੋ ਤਾਂ ਵੀ ਜਦੋਂ ਤੁਸੀਂ ਕੈਨੇਡਾ ਜਾਂਦੇ ਹੋ ਤਾਂ ਵੀ ਤੁਸੀਂ ਜਾ ਕੇ ਪੂਰਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਓਗੇ, ਜਿਹੜਾ ਕਿ ਅਪ ਟੂ 3 ਇਅਰਸ ਦਾ ਹੈਗਾ। ਸੋ ਬਟ ਇਹ ਉਹਨਾਂ ਸਟੂਡੈਂਟਸ ਲਈ ਹੈ ਜਿਨ੍ਹਾਂ ਦੇ ਵੀਜ਼ਾ ਅਪਰੂਵ ਹੋ ਕੇ ਆ ਚੁੱਕੇ ਨੇ। ਬਟ ਉਹਨਾਂ ਲਈ ਮੈਂ ਉਹਨਾਂ ਨੂੰ ਗਾਈਡ ਨਹੀਂ ਕਰਾਂਗਾ ਜਿਨ੍ਹਾਂ ਦੀ ਵੀਜ਼ਾ ਅਪਰੂਵਲਸ ਪੈਂਡਿੰਗ ਹੈ। ਹਾਂ, ਜੇ ਤੁਹਾਡੀ ਵੀਜ਼ਾ ਅਪਰੂਵਲ ਪੈਂਡਿੰਗ ਹੈ ਔਰ ਕਾਲਜ ਤੁਹਾਨੂੰ ਫ੍ਰੀ ਆਫ ਕਾਸਟ ਔਨਲਾਈਨ ਸਟੱਡੀਜ਼ ਕਰਾ ਰਿਹਾ ਤਾਂ ਬੇਸ਼ੱਕ ਤੁਸੀਂ ਔਨਲਾਈਨ ਸਟੱਡੀਜ਼ ਲੈ ਸਕਦੇ ਹੋ ਜੇ ਕਾਲਜ ਫ੍ਰੀ ਆਫ ਕਾਸਟ ਕਰਾ ਰਿਹਾ। ਪਰ ਜੇ ਤੁਹਾਡਾ ਵੀਜ਼ਾ ਲੱਗ ਚੁੱਕਿਆ ਤਾਂ ਜੇ ਤੁਹਾਡਾ ਕਾਲਜ ਪੇਡ ਵੀ ਤੁਹਾਨੂੰ ਔਨਲਾਈਨ ਕਲਾਸਿਸ ਦੇ ਰਿਹਾ ਤਾਂ ਵੀ ਉਹ ਲੈਣ 'ਚ ਬਹੁਤ ਜ਼ਿਆਦਾ ਫਾਇਦਾ। ਸੋ ਸਾਰੇ ਸਟੂਡੈਂਟਸ ਆਪਣੇ ਮਨ 'ਚੋਂ ਡਾਊਟ ਕੱਢ ਦੇਣ ਕਿ ਔਨਲਾਈਨ ਕਲਾਸਿਸ ਦਾ ਕੀ ਬੈਨੀਫਿਟ ਹੈ, ਕੀ ਬੈਨੀਫਿਟ ਨਹੀਂ ਹੈ। ਔਨਲਾਈਨ ਕਲਾਸਿਸ ਕੈਨੇਡਾ 'ਚ ਵੀ ਹੈ, ਔਨਲਾਈਨ ਕਲਾਸਿਸ ਇੰਡੀਆ 'ਚ ਵੀ ਹੈ। ਇੱਥੇ ਤੁਸੀਂ ਆਪਣੇ ਘਰ ਬੈਠੇ ਹੋ, ਉੱਥੇ ਜਾ ਕੇ ਤੁਹਾਨੂੰ ਅਕੋਮੋਡੇਸ਼ਨ ਵੀ ਬਹੁਤ ਮੁਸ਼ਕਿਲ ਮਿਲੇਗੀ, ਕਿਉਂਕਿ ਅੱਜ ਦੀ ਡੇਟ 'ਚ ਨਵੀਂ ਅਕੋਮੋਡੇਸ਼ਨ ਕੈਨੇਡਾ 'ਚ ਜਾ ਕੇ ਲੈਣੀ ਬਹੁਤ ਮੁਸ਼ਕਿਲ ਹੋ ਗਈ ਹੈ। ਕਿਉਂਕਿ ਜਿਹੜਾ ਵੀ ਕੋਈ ਟਰੈਵਲ ਕਰਕੇ ਆ ਰਿਹਾ ਆਊਟ ਆਫ ਕੰਟਰੀ, ਜਦੋਂ ਬਾਰਡਰ ਖੁੱਲ੍ਹਦੇ ਆ ਉਹਨਾਂ ਨੂੰ ਅਕੋਮੋਡੇਸ਼ਨ ਬਹੁਤ ਆਸਾਨੀ ਨਾਲ ਨਹੀਂ ਮਿਲੇਗੀ। ਸੋ ਅੱਜ ਤੁਸੀਂ ਆਪਣੇ ਘਰ 'ਚ ਬੈਠੇ ਹੋ, ਖਾਣਾ ਪੀਣਾ ਘਰ 'ਚ ਕਰ ਰਹੇ ਹੋ, ਉੱਥੇ ਜਾ ਕੇ ਤੁਸੀਂ ਡਾਲਰਸ ਵਿੱਚ ਖਰਚਾ ਕਰੋਗੇ, ਇੱਥੇ ਤੁਹਾਨੂੰ ਘਰ 'ਚ ਬੈਠੇ ਸਾਰਾ ਕੁਝ ਚੱਲ ਰਿਹਾ ਹੈ। ਸੋ ਇਹ ਸਾਰੀਆਂ ਸਟੂਡੈਂਟਸ ਨੂੰ ਦੇਖਦਿਆਂ ਹੋਇਆਂ ਆਪਣਾ ਟਾਈਮ ਯੂਟੀਲਾਈਜ਼ ਕਰੋ ਔਰ ਔਨਲਾਈਨ ਕਲਾਸਿਸ ਅਟੈਂਡ ਕਰੋ। ਪਰ ਫਿਰ ਵੀ ਕਾਫੀ ਸਾਰੇ ਸਟੂਡੈਂਟਸ ਇਹ ਪੁੱਛਦੇ ਆ ਕਿ ਮੈਂ ਔਨਲਾਈਨ ਕਲਾਸਿਸ ਨਹੀਂ ਲਾਣਾ ਚਾਹੁੰਦਾ, ਤਾਂ ਤੁਸੀਂ ਡੈਫਰ ਲੈ ਸਕਦੇ ਹੋ ਅਗਲੇ ਇਨਟੇਕ 'ਚ। ਸੋ ਜਦੋਂ ਵੀ ਫਲਾਈਟਸ ਖੁੱਲ੍ਹਦੀਆਂ ਤਾਂ ਤੁਸੀਂ ਉੱਥੇ ਜਾ ਕੇ ਆਪਣੇ ਫਲਾਈਟਸ ਖੁੱਲ੍ਹਦੀਆਂ ਤਾਂ ਤੁਸੀਂ ਕੈਨੇਡਾ ਪਹੁੰਚ ਕੇ ਵੀ ਲਾਣੀਆਂ, ਫਿਰ ਵੀ ਸਾਨੂੰ ਹਲੇ ਔਨਲਾਈਨ ਕਲਾਸਿਸ ਹੀ ਪੈਣੀਆਂ ਔਰ ਕੈਨੇਡਾ ਪਹੁੰਚ ਕੇ ਤੁਹਾਨੂੰ 14 ਦਿਨ ਕੁਆਰੰਟਾਈਨ 'ਚ ਰਹਿਣਾ ਪੈਣਾ। ਫਿਰ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਕਿ ਔਨਲਾਈਨ ਕਲਾਸਿਸ ਤਾਂ ਮੈਂ ਲਾ ਲਈਆਂ, ਪਰ ਜੇ ਮੇਰੀ ਫਾਈਲ, ਜਿਹੜਾ ਸਭ ਤੋਂ ਜ਼ਿਆਦਾ ਕੁਐਸਚਨ ਮੈਨੂੰ ਸਟੂਡੈਂਟਸ ਪੁੱਛ ਰਹੇ ਹੈ ਕਿ ਮੇਰੀ ਫਾਈਲ ਅੰਬੈਸੀ 'ਚ ਹੈ ਔਰ ਅੰਬੈਸੀ ਰਿਜ਼ਲਟ ਨਹੀਂ ਆਇਆ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਬੈਸੀ ਦੇ ਜਿੰਨੇ ਆਫਿਸਿਸ ਸੀ ਸਾਰੇ ਵਰਕ ਫਰੋਮ ਹੋਮ ਹੋ ਗਏ, ਲਿਮਿਟਿਡ ਰਿਸੋਰਸਿਸ ਹੈ। ਕੰਟਰੀ ਦਾ ਹਾਲੇ ਜਿਹੜਾ ਮੋਟੋ ਹੈ ਵੀਜ਼ਾ ਦੇਣ 'ਤੇ ਨਹੀਂ ਹੈਗਾ, ਬਲਕਿ ਇਸ
ਸਿਚੁਏਸ਼ਨ ਤੋਂ ਕੋਵਿਡ-19 ਨਾਲ ਜਿਹੜਾ ਇਫੈਕਟ ਆਇਆ ਉਸ ਤੋਂ ਬਾਹਰ ਆਉਣ 'ਚ ਹੈਗਾ। ਸੋ ਤੁਸੀਂ ਇੱਕ ਸਿਚੁਏਸ਼ਨ ਸਮਝੋ ਕਿ ਇਸ ਟਾਈਮ 'ਤੇ ਉਹਨਾਂ ਦਾ ਵੀਜ਼ਾ ਦੇਣ ਦਾ ਮੋਟੋ ਨਹੀਂ ਹੈਗਾ, ਪਰ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ 15-20 ਦਿਨ 'ਚ ਐਮਬੈਸੀ ਵੀ ਰਿਜ਼ਲਟਸ ਦੇਣੇ ਸ਼ੁਰੂ ਕਰ ਦੇਗੀ, ਔਰ ਸਲੋ ਰਿਜ਼ਲਟਸ ਜ਼ਰੂਰ ਹੈ ਪਰ ਰਿਜ਼ਲਟ ਜ਼ਰੂਰ ਆਉਣਗੇ। ਸੋ ਬਿਲਕੁਲ ਪੈਨਿਕ ਨਾ ਕਰੋ ਔਰ ਸਿਰਫ ਵੇਟ ਕਰੋ ਔਰ ਉਮੀਦ ਕਰੋ ਕਿ ਤੁਹਾਡੀ ਫਾਈਲ 'ਤੇ ਪੋਜ਼ਿਟਿਵ ਰਿਜ਼ਲਟ ਆਉਣਗੇ। ਫਿਰ ਕਾਫੀ ਸਾਰੇ ਸਟੂਡੈਂਟਸ ਦਾ ਇਹ ਡਾਊਟ ਹੈ ਕਿ ਮੇਰੀ ਫਾਈਲ ਐਮਬੈਸੀ 'ਚ ਲੱਗ ਨਹੀਂ ਪਾ ਰਹੀ, ਕਿਉਂਕਿ ਮੇਰਾ CAQ ਜਿਹੜਾ CAQ ਹੈ ਕਿਊਬੈਕ ਗਵਰਨਮੈਂਟ ਵੱਲੋਂ ਪੈਂਡਿੰਗ ਚੱਲ ਰਿਹਾ ਸੀ। ਬਿਲਕੁਲ ਜੇ ਤੁਸੀਂ ਕਿਊਬੈਕ ਵਿੱਚ ਆਪਣੀ ਫਾਈਲ ਲਾਈ ਸੀ ਔਰ ਕਿਊਬੈਕ ਗਵਰਨਮੈਂਟ ਨੇ CAQ ਅਪਰੂਵ ਨਹੀਂ ਕੀਤਾ, ਕਿਉਂਕਿ ਜਿਹੜੇ 50% ਆਫ ਕੋਵਿਡ-19 ਦੇ ਕੇਸਿਸ ਹੈਗੇ ਆ ਉਹ 50% ਤੱਕ ਕਿਊਬੈਕ ਪ੍ਰੋਵਿੰਸ 'ਚ ਹੈਗੇ ਆ। ਸੋ ਉੱਥੇ ਪ੍ਰੋਸੈਸਿੰਗ ਸਲੋ ਹੋ ਗਈ, ਆਫਿਸਿਸ ਬੰਦ ਹੋ ਗਏ, ਐਵਰੀਬਡੀ ਇਜ਼ ਵਰਕਿੰਗ ਫਰੋਮ ਹੋਮ। ਸੋ CAQ ਅਪਰੂਵਲਸ ਆਣੇ ਥੋੜੇ ਡਿਲੇ ਹੋਏਗਾ। ਸੋ ਯੂ ਕੈਨ ਐਕਸਪੈਕਟ 3 to 4 months ਟੂ ਗੈਟ ਯੋਰ CAQ ਅਪਰੂਵਲ। ਸੋ CAQ ਅਪਰੂਵਲ ਆਣੇ ਸਾਰੇ ਕੰਮ ਹੋਣਗੇ ਪਰ ਥੋੜ੍ਹੇ ਜਿਹੇ ਡਿਲੇ ਦੇ ਨਾਲ। ਸੋ CAQ ਅਪਰੂਵਲਸ ਵੀ ਆਉਣਗੀਆਂ ਪਰ ਥੋੜ੍ਹਾ ਜਿਹਾ ਡਿਲੇ ਹੈ। ਬਟ ਇਸ ਟਾਈਮ ਜਿਹੜੇ ਸਟੂਡੈਂਟ ਸੋਚਦੇ ਆ ਕਿ ਮੈਂ ਕਿਊਬੈਕ ਪ੍ਰੋਵਿੰਸ 'ਚ ਅਪਲਾਈ ਕਰਨਾ ਚਾਹੁੰਦਾ, ਸੋ ਉਹਨਾਂ ਨੂੰ ਮਨ 'ਚ ਬਿਠਾਉਣਾ ਚਾਹੀਦਾ ਇਹ ਚੀਜ਼ ਕਿ CAQ ਜਦੋਂ ਅਪਰੂਵ ਹੋਏਗਾ ਉਹਨੂੰ ਟਾਈਮ ਲੱਗ ਸਕਦਾ ਹੈ, ਕਿਉਂਕਿ ਅੱਜ ਦੀ ਡੇਟ 'ਚ ਫੈਬਰਰੀ ਔਰ ਮਾਰਚ ਦੇ CAQs ਵੀ ਕਿਊਬੈਕ ਪ੍ਰੋਵਿੰਸ ਦੇ ਉਹ ਪੈਂਡਿੰਗ ਚੱਲ ਰਹੇ ਨੇ। ਸੋ CAQ 'ਤੇ ਵੀ ਆਪਾਂ ਪੈਨਿਕ ਨਹੀਂ ਹੋਣਾ, ਬਟ ਰਿਜ਼ਲਟ ਆਏਗਾ, ਬਹੁਤ ਜਲਦੀ ਰਿਜ਼ਲਟ ਆਏਗਾ। CAQs 'ਤੇ ਵੀ ਬਹੁਤ ਜਲਦੀ ਰਿਜ਼ਲਟ ਆਏਗਾ। ਫਿਰ ਮੈਨੂੰ ਸਟੂਡੈਂਟਸ ਪੁੱਛ ਰਹੇ ਆ ਕਿ ਮੇਰੀ ਫਾਈਲ ਔਨਲਾਈਨ ਅਪਲੋਡ ਕਰਤੀ ਸੀ ਪਰ ਮੇਰੇ ਬਾਇਓਮੈਟ੍ਰਿਕ ਨਹੀਂ ਹੋਏ, ਮੈਨੂੰ ਰਿਕੁਐਸਟ ਨਹੀਂ ਆਈ ਬਾਇਓਮੈਟ੍ਰਿਕ ਦੀ। VFS ਅੱਜ ਦੀ ਡੇਟ 'ਚ ਕਲੋਜ਼ ਹੈਗਾ ਔਰ ਬਾਇਓਮੈਟ੍ਰਿਕਸ ਨਹੀਂ ਹੋ ਪਾ ਰਹੇ। ਸੋ VFS ਵੀ ਬਹੁਤ ਜਲਦੀ ਓਪਨ ਹੋਏਗਾ। ਸੋ ਜਿਵੇਂ ਕਿ ਸਾਡੇ ਕੁਛ ਆਫਿਸਿਸ ਵੀ ਓਪਨ ਹੋ ਗਏ ਨੇ, ਤੁਹਾਨੂੰ ਪਤਾ ਹੀ ਹੋਣਾ ਕਿਸੇ ਜਗ੍ਹਾ 'ਤੇ ਸਾਨੂੰ ਰਿਲੈਕਸੇਸ਼ਨਸ ਮਿਲੀਆਂ ਤਾਂ ਕੁਛ ਆਫਿਸਿਸ ਵੀ ਓਪਨ ਹੋ ਗਏ ਨੇ। ਜਿਵੇਂ ਚੰਡੀਗੜ੍ਹ ਆਫਿਸ ਸਾਡਾ ਓਪਨ ਹੋ ਗਿਆ, ਅੰਮ੍ਰਿਤਸਰ ਆਫਿਸ ਵੀ ਓਪਨ ਹੋ ਗਿਆ ਔਰ ਮੋਗਾ 'ਚ ਵੀ ਆਫਿਸ ਓਪਨ ਹੋ ਗਏ ਹੈ। ਸੋ ਪੰਜਾਬ 'ਚ ਹਲੇ ਰਿਸਟ੍ਰਿਕਸ਼ਨ ਹੈ ਕਿ 9 ਤੋਂ 1 ਆਫਿਸ ਖੁੱਲ੍ਹਣਗੇ, ਪਰ ਚੰਡੀਗੜ੍ਹ 'ਚ ਸਾਡਾ ਆਫਿਸ ਫੁੱਲ ਟਾਈਮ ਓਪਨ ਹੋ ਗਿਆ। ਸੋ ਸਾਰੇ ਇਹ ਬਹੁਤ ਸਾਰੇ ਡਾਊਟ ਸਾਡੇ ਮਨ 'ਚ ਚੱਲ ਰਹੇ ਨੇ। ਸੋ ਜਿਵੇਂ ਕਿ ਸਾਡੇ ਆਫਿਸਿਸ ਵੀ ਓਪਨ ਹੋ ਗਏ, ਉਵੇਂ VFS ਵੀ ਮੋਸਟ ਪ੍ਰੋਬੇਬਲੀ 1 ਜੂਨ ਤੋਂ ਓਪਨ ਹੋ ਜਾਣਾ ਚਾਹੀਦਾ ਔਰ ਬਾਇਓਮੈਟ੍ਰਿਕਸ ਵੀ ਹੋਣੇ ਸ਼ੁਰੂ ਹੋ ਜਾਣਗੇ। ਬਟ ਕੈਨੇਡਾ ਗਵਰਨਮੈਂਟ ਨੇ ਇਹ ਸਪਸ਼ਟ ਕਰਤਾ ਸੀ ਕਿ 90 ਦਿਨ ਦਿੱਤੇ ਜਾਣਗੇ ਤੁਹਾਨੂੰ ਬਾਇਓਮੈਟ੍ਰਿਕਸ ਕਰਾਉਣ ਲਈ। ਸੋ ਜਦੋਂ ਤੁਸੀਂ ਆਪਣੀ ਫਾਈਲ ਲਾਉਂਦੇ ਹੋ, ਜਦੋਂ ਬਾਇਓਮੈਟ੍ਰਿਕ ਰਿਕੁਐਸਟ ਆਏਗੀ ਉਸ ਤੋਂ ਬਾਅਦ ਤੁਹਾਨੂੰ 90 ਦਿਨ ਦਿੱਤੇ ਜਾਣਗੇ। ਸੋ ਯੂ ਹੈਵ 3 months ਟੂ ਗੈਟ ਯੂਰ ਬਾਇਓਮੈਟ੍ਰਿਕ, ਔਰ ਉਸ ਤੋਂ ਬਾਅਦ ਵੀ ਐਕਸਟੈਂਸ਼ਨ ਆ ਸਕਦੀ ਹੈ ਜੇ ਸਿਚੁਏਸ਼ਨ 'ਚ ਕੋਈ ਪ੍ਰੋਬਲਮ ਆਉਂਦੀ ਹੈ। ਸੋ ਸਾਰੇ ਸਟੂਡੈਂਟਸ ਦੇ ਮਨ 'ਚ ਜਿਹੜੇ ਡਾਊਟ ਹੈਗੇ ਆ, ਮੈਂ ਵਾਰੀ ਕੋਸ਼ਿਸ਼ ਕਰ ਰਿਹਾ ਕਿ ਤੁਹਾਡੇ ਡਾਊਟ ਦੂਰ ਕਰ ਸਕਾਂ। ਔਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਲਾਈਕ ਕਰੋ ਔਰ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਅਪਡੇਟਸ ਮਿਲਦੇ ਰਹਿਣ। ਜਿਵੇਂ ਕਿ ਸਾਰੇ ਸਟੂਡੈਂਟਸ ਨੇ ਆਈਲੈਟਸ ਦੇ ਟੈਸਟ ਬੁੱਕ ਕੀਤੇ ਹੋਏ ਸੀ, 21 ਮਈ ਵਾਲਾ ਟੈਸਟ ਨਹੀਂ ਹੋਇਆ। ਉਸ ਤੋਂ ਬਾਅਦ ਵਾਲੇ ਟੈਸਟ ਡੇਟਸ ਵੀ ਜਿਨ੍ਹਾਂ ਨੇ ਬੁੱਕ ਕੀਤੀਆਂ ਹੋਈਆਂ ਸੀ, ਕੋਈ ਵੀ ਟੈਸਟ ਕੰਡਕਟ ਨਹੀਂ ਹੋਇਆ। ਸੋ ਬਹੁਤ ਸਾਰੇ ਸਟੂਡੈਂਟ ਮੈਨੂੰ ਪੁੱਛ ਰਹੇ ਨੇ ਕਿ ਮਈ 'ਚ ਕੋਈ ਟੈਸਟ ਹੋਣ ਦੀ ਕੋਈ ਆਸ਼ਾ ਹੈਗੀ ਹੈ। ਸੋ ਮੈਂ ਸਾਰੇ ਸਟੂਡੈਂਟਸ ਨੂੰ ਕਲੀਅਰ ਕਰਦਾ ਕਿ ਮਈ ਮਹੀਨੇ ਵਿੱਚ ਕੋਈ ਵੀ ਟੈਸਟ ਹੋਣ ਦੀ ਕੋਈ ਪ੍ਰੋਬੇਬਿਲਿਟੀ ਨਹੀਂ ਹੈਗੀ। ਸੋ ਆਈਲੈਟਸ ਟੈਸਟ ਨਹੀਂ ਹੋਣਗੇ ਮਈ ਮੰਥ 'ਚ। ਪਤਾ ਨਹੀਂ ਕੀ ਨੀਤੀਆਂ ਆਉਂਦੀਆਂ ਜੂਨ ਤੋਂ ਕਿ ਜੂਨ 'ਚ ਵੀ ਆਈਲੈਟਸ ਟੈਸਟ ਹੋ ਪਾਉਣਗੇ ਕਿ ਨਹੀਂ ਹੋ ਪਾਉਣਗੇ। ਬਟ ਜਦੋਂ ਵੀ ਖੁੱਲ੍ਹੇਗਾ ਆਈਲੈਟਸ ਟੈਸਟ ਜ਼ਰੂਰ ਕੰਡਕਟ ਕੀਤੇ ਜਾਣਗੇ। ਬਟ ਹੱਲੇ ਸਾਰੇ ਸਟੂਡੈਂਟਸ ਨੂੰ ਆਪਣੇ ਮਨ 'ਚ ਬਿਠਾ ਲੈਣਾ ਚਾਹੀਦਾ ਕਿ ਆਈਲੈਟਸ ਟੈਸਟ ਮਈ ਮਹੀਨੇ 'ਚ ਬਿਲਕੁਲ ਨਹੀਂ ਹੋਣਗੇ। ਪਰ ਅਸੀਂ ਕੀ ਕਰ ਸਕਦੇ ਹਾਂ? ਘਰ ਬੈਠੇ ਤਿਆਰੀ ਕਰੋ, ਪੜ੍ਹਾਈ ਕਰੋ ਕਿ ਆਈਲੈਟਸ ਦਾ ਟੈਸਟ ਜਿਹੜਾ ਸਟੂਡੈਂਟ ਇੱਕ ਬਹੁਤ ਵਾਰੀ ਦਿੰਦੇ ਸੀ, ਮੈਨੂੰ ਬਹੁਤ ਸਾਰੇ ਸਟੂਡੈਂਟ ਮਿਲਦੇ ਸੀ ਆਫਿਸ 'ਚ ਔਰ ਕਹਿੰਦੇ ਸੀ ਮੈਂ 3 ਵਾਰੀਆਂ 'ਚ ਆਈਲੈਟਸ ਕਲੀਅਰ ਕੀਤਾ, ਮੈਂ 4 ਵਾਰੀਆਂ 'ਚ ਆਈਲੈਟਸ ਕਲੀਅਰ ਕੀਤਾ। ਸੋ ਜੇ ਤੁਸੀਂ ਆਈਲੈਟਸ ਦਾ ਟੈਸਟ ਬੁੱਕ ਕੀਤਾ ਹੋਇਆ ਤਾਂ ਘਰ ਬੈਠੇ ਤਿਆਰੀ ਕਰੋ। ਬਹੁਤ ਸਾਰੇ ਆਨਲਾਈਨ ਪੋਰਟਲਸ ਅੱਜ ਦੀ ਡੇਟ 'ਚ ਹੈਗੇ ਆ ਜਿੱਥੋਂ ਤੁਸੀਂ ਘਰ ਬੈਠ ਕੇ ਪੜ੍ਹ ਸਕਦੇ ਹੋ। ਪਰ ਜੇ ਤੁਸੀਂ ਸਾਡੇ ਕੋਲੋਂ ਆਨਲਾਈਨ ਪੜ੍ਹਨਾ ਚਾਹੁੰਦੇ ਹੋ ਤਾਂ ਅਸੀਂ ਆਨਲਾਈਨ ਪੋਰਟਲ ਵੀ ਡਿਵੈਲਪ ਕੀਤਾ ਜਿਹਦੇ ਥਰੂ ਤੁਸੀਂ ਘਰ ਬੈਠੇ ਆਈਲੈਟਸ ਦੀ ਤਿਆਰੀ ਕਰ ਸਕਦੇ ਹੋ। ਸੋ ਜ਼ਰੂਰ ਤੁਸੀਂ ਆਨਲਾਈਨ ਆਈਲੈਟਸ ਟ੍ਰੇਨਿੰਗ ਕਰਨ ਲਈ ਵੀ ਲੈਂਡਮਾਰਕ ਇਮੀਗ੍ਰੇਸ਼ਨ ਨਾਲ ਸੰਪਰਕ ਕਰ ਸਕਦੇ ਹੋ। ਸਾਨੂੰ ਈਮੇਲ ਕਰ ਸਕਦੇ ਹੋ ਜੇ ਤੁਹਾਡੀ ਫਾਈਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਲੱਗੀ ਹੋਈ ਹੈ ਔਰ ਕੋਈ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਜਾਂ ਤੁਸੀਂ ਕਿਸੇ ਚੀਜ਼ ਦਾ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਈਮੇਲ ਕਰੋ info@landmarkimmigration.com ਜਾਂ ਕਾਲ ਕਰ ਸਕਦੇ ਹੋ 8968
962626 ਜਾਂ ਸਾਨੂੰ ਕਾਲ ਕਰੋ 9041057722। ਸਾਡੀ ਕੋਸ਼ਿਸ਼ ਰਹੇਗੀ ਤੁਹਾਨੂੰ ਸਹੀ ਤਰੀਕੇ ਗਾਈਡ ਕੀਤਾ ਜਾਏ, ਤੁਹਾਨੂੰ ਸਹੀ ਤਰੀਕੇ ਦੱਸਿਆ ਜਾਏ। ਜੇ ਤੁਸੀਂ ਨਵੀਂ ਫਾਈਲ ਲਵਾਉਣੀ ਹੈ ਤਾਂ ਵੀ ਦੱਸਿਆ ਜਾਏ, ਔਰ ਜੇ ਤੁਹਾਡੀ ਕੋਈ ਪੁਰਾਣੀ ਫਾਈਲ ਹੈ ਉਹਦੇ ਬਾਰੇ ਵੀ ਜ਼ਰੂਰ ਗਾਈਡ ਕੀਤਾ ਜਾਏਗਾ। ਸੋ ਸਾਰੇ ਸਟੂਡੈਂਟ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਅਪਲਾਈ ਕੀਤਾ ਹੋਇਆ ਜਾਂ ਫਿਰ ਤੁਸੀਂ ਆਉਣ ਵਾਲੇ ਇਨਟੇਕਸ 'ਚ ਅਪਲਾਈ ਕਰਨਾ ਚਾਹੁੰਦੇ ਹੋ, ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ। ਔਰ ਕਿਸੇ ਕਾਲਜ ਦੇ ਨੁਮਾਇੰਦੇ ਦੀ ਇੰਟਰਵਿਊ ਦੇਖਣ ਵਾਸਤੇ ਤੁਸੀਂ ਸਾਡੇ ਫੇਸਬੁੱਕ ਪੇਜ 'ਤੇ ਜਾਓ, ਕਿਉਂਕਿ ਬਹੁਤ ਸਾਰੇ ਕਾਲਜਸ ਇੱਦਾਂ ਦੇ ਹੈਗੇ ਹੈ ਜਿਹੜੇ ਸਾਡੇ ਫੇਸਬੁੱਕ ਪੇਜ 'ਤੇ ਲਾਈਵ ਆਏ ਆ, ਆਪਣੇ ਕਾਲਜ ਬਾਰੇ ਦੱਸਿਆ, ਫੀਸਿਸ ਬਾਰੇ ਦੱਸਿਆ, ਔਰ ਕਰੋਨਾ ਵਾਇਰਸ ਦੇ ਕੀ ਇਫੈਕਟ ਹੈ ਉਹਦੇ ਬਾਰੇ ਵੀ ਜ਼ਰੂਰ ਦੱਸਿਆ। ਸੋ ਇੱਕ ਹੋਰ ਨਵੀਂ ਉਮੀਦ ਜਾਗੀ ਹੈ ਕਿ ਆਈਲੈਟਸ ਟੈਸਟ ਨਹੀਂ ਹੋ ਰਿਹਾ, ਬਟ ਕਾਲਜਸ ਨੇ ਡਿਊਲਿੰਗੋ ਟੈਸਟ ਐਕਸੈਪਟ ਕਰਨਾ ਸ਼ੁਰੂ ਕਰਤਾ ਹੈ। ਸੋ ਡਿਊਲਿੰਗੋ ਟੈਸਟ ਇੱਕ USA ਬੇਸਡ ਟੈਸਟ ਹੈਗਾ, ਸਿਰਫ $49 ਦਾ, ਯਾਨੀ ਕਿ 3500 ਰੁਪਏ ਦਾ ਟੈਸਟ ਹੈ। ਤੁਸੀਂ ਘਰ ਬੈਠੇ ਡਿਊਲਿੰਗੋ ਟੈਸਟ ਦੇ ਸਕਦੇ ਹੋ। ਔਰ ਜੇ ਤੁਸੀਂ ਡਿਊਲਿੰਗੋ ਟੈਸਟ 'ਚ ਜੋ ਵੀ ਰਿਕੁਆਇਰਮੈਂਟ ਹੈਗੀ ਹੈ ਕਾਲਜਸ ਦੀ, ਮੋਸਟ ਪ੍ਰੋਬੇਬਲੀ ਕਾਲਜਸ ਦੀ ਰਿਕੁਆਇਰਮੈਂਟ 105 ਦੀ ਹੈ, ਕਿਸੇ ਦੀ PG ਰਿਕੁਆਇਰਮੈਂਟ 115 ਹੈ, ਕਿਸੇ ਦੀ 120 ਹੈ, ਔਰ ਕੁਝ ਕਾਲਜਸ 95 ਤੇ ਵੀ ਐਕਸੈਪਟ ਕਰ ਰਹੇ ਨੇ ਡਿਊਲਿੰਗੋ। ਸੋ ਡਿਊਲਿੰਗੋ ਟੈਸਟ ਤੁਸੀਂ ਘਰ ਬੈਠੇ ਤਿਆਰੀ ਕਰ ਸਕਦੇ ਹੋ, ਔਰ US ਬੇਸਡ ਟੈਸਟ ਹੈ। 10 ਮੌਕ ਟੈਸਟ ਤੁਹਾਨੂੰ ਫ੍ਰੀ ਮਿਲਦੇ ਆ ਜਦੋਂ ਤੁਸੀਂ ਇਹ ਟੈਸਟ ਬੁੱਕ ਕਰਦੇ ਹੋ। ਸੋ ਐਜ਼ ਕੰਪੈरेटिवली ਘਰ ਬੈਠੇ ਇੱਕ ਟੈਸਟ ਦੇਣਾ ਬਹੁਤ ਕੰਫਰਟੇਬਲ ਹੋ ਜਾਂਦਾ ਹੈ। ਔਰ ਕਾਫੀ ਸਟੂਡੈਂਟਸ ਨਾਲ ਸਾਡੀ ਗੱਲ ਹੋਈ ਹੈ, ਉਹਨਾਂ ਨੇ ਘਰ ਬੈਠ ਕੇ ਟੈਸਟ ਦਿੱਤਾ ਹੈ ਔਰ ਉਹਨਾਂ ਦਾ ਰਿਜ਼ਲਟ ਵੀ ਪੋਜ਼ਿਟਿਵ ਆਇਆ। ਸੋ ਡਿਊਲਿੰਗੋ ਟੈਸਟ ਕਾਫੀ ਸਾਰੇ 40 ਤੋਂ ਵੀ ਵੱਧ ਕੈਨੇਡੀਅਨ ਕਾਲਜਸ ਔਰ ਯੂਨੀਵਰਸਿਟੀਜ਼ ਨੇ ਐਕਸੈਪਟ ਕਰਨਾ ਸ਼ੁਰੂ ਕਰਤਾ ਹੈ। ਸੋ ਜੇ ਤੁਸੀਂ ਡਿਊਲਿੰਗੋ ਟੈਸਟ ਘਰ ਬੈਠੇ ਦਿੰਦੇ ਹੋ ਤਾਂ ਬਹੁਤ ਸਾਰੇ ਕਾਲਜਸ ਔਰ ਯੂਨੀਵਰਸਿਟੀਜ਼ ਐਕਸੈਪਟ ਕਰ ਰਹੇ ਨੇ। ਬਟ ਫਿਰ ਕੁਐਸਚਨ ਆਉਂਦਾ ਕਿ ਡਿਊਲਿੰਗੋ ਟੈਸਟ ਅੰਬੈਸੀ ਵੱਲੋਂ ਕੋਈ ਅਪਡੇਟ ਆਇਆ ਕਿ ਉਹ ਐਕਸੈਪਟ ਕਰਨਗੇ? ਸੀ ਅੰਬੈਸੀ ਡਿਊਲਿੰਗੋ ਟੈਸਟ ਐਕਸੈਪਟ ਕਰੇਗੀ ਨਹੀਂ ਕਰੇਗੀ, ਇਹਦੇ ਬਾਰੇ ਕੋਈ ਅਪਡੇਟ ਨਹੀਂ ਆਇਆ। ਪਰ ਹੋ ਸਕਦਾ ਹੈ ਕਿ ਨੌਨ STS 'ਚ, ਜਿਵੇਂ PT ਵਾਲਾ ਸਟੂਡੈਂਟ ਨੌਨ STS 'ਚ ਆਪਣੀ ਫਾਈਲ ਲੈ ਕੇ ਵੀਜ਼ਾ ਲਾ ਸਕਦਾ, ਉਵੇਂ ਡਿਊਲਿੰਗੋ ਵਾਲਾ ਸਟੂਡੈਂਟ ਵੀ ਨੌਨ STS 'ਚ ਆਪਣੀ ਫਾਈਲ ਲਾ ਕੇ ਵੀਜ਼ਾ ਲਾ ਸਕੇਗਾ। ਬਟ ਜੇ ਤੁਸੀਂ ਇੱਕ ਸਪਸ਼ਟ ਗੱਲ ਪੁੱਛੋ ਕਿ ਅੰਬੈਸੀ ਵੱਲੋਂ ਕੋਈ ਅਪਡੇਟ ਆਇਆ, ਤਾਂ ਕੋਈ ਅੰਬੈਸੀ ਵੱਲੋਂ ਇੱਦਾਂ ਦਾ ਅਪਡੇਟ ਨਹੀਂ ਆਇਆ। ਇੱਦਾਂ ਹੀ ਆਈਲੈਟਸ ਨੇ ਆਪਣਾ ਔਨਲਾਈਨ ਟੈਸਟ ਸ਼ੁਰੂ ਕੀਤਾ ਜਿਹਦਾ ਨਾਮ ਹੈ ਆਈਲੈਟਸ ਇੰਡੀਕੇਟਰ ਟੈਸਟ, ਜਿਹੜਾ ਤੁਸੀਂ ਘਰ ਬੈਠੇ ਹੀ ਟੈਸਟ ਦੇ ਸਕਦੇ ਹੋ। ਸੋ ਸਾਰੇ ਸਟੂਡੈਂਟ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਆਪਣਾ ਟਾਈਮ ਪ੍ਰੋਪਰਲੀ ਯੂਜ਼ ਕਰਨ। ਸੀ ਜਿਹੜੀ ਪ੍ਰੋਬਲਮ ਆਈ ਹੈ ਪੂਰੀ ਦੁਨੀਆ 'ਤੇ ਆਈ ਹੈ, ਨਾ ਕਿ ਸਿਰਫ ਤੁਹਾਡੇ ਬਾਹਰ ਜਾਣ ਦੇ ਸੁਪਨੇ 'ਤੇ ਹੀ ਪ੍ਰੋਬਲਮ ਆਈ ਹੈ। ਸੋ ਆਲ ਓਵਰ ਦ ਵਰਲਡ ਇਹ ਪ੍ਰੋਬਲਮ ਆਈ ਹੈ। ਸੋ ਜੇ ਤੁਸੀਂ ਘਰ ਬੈਠੇ ਆਪਣਾ ਟਾਈਮ ਪ੍ਰੋਪਰਲੀ ਯੂਜ਼ ਕਰੋ, ਜਿਵੇਂ ਕਿ ਜਿਹੜੇ ਸਟੂਡੈਂਟ ਦਾ ਵੀਜ਼ਾ ਲੱਗ ਚੁੱਕਿਆ ਉਹ ਔਨਲਾਈਨ ਕਲਾਸਿਸ ਲਾਉਣ। ਸੋ ਜਿਹੜੇ 12th ਦੇ ਸਟੂਡੈਂਟਸ ਘਰ ਬੈਠੇ ਨੇ ਉਹ ਆਪਣੀ ਆਈਲੈਟਸ ਦੀ ਤਿਆਰੀ ਨਾਲੋਂ ਨਾਲ ਘਰ ਬੈਠੇ ਕਰ ਸਕਦੇ ਨੇ। ਸੋ ਲੈਂਡਮਾਰਕ ਇਮੀਗ੍ਰੇਸ਼ਨ ਨੇ ਉਪਰਾਲਾ ਕੀਤਾ ਹੈ ਕਿ ਔਨਲਾਈਨ ਆਈਲੈਟਸ ਦੀ ਤਿਆਰੀ ਸਟੂਡੈਂਟ ਘਰ ਬੈਠ ਕੇ ਕਰ ਸਕਦਾ ਹੈ। ਔਰ ਜੇ ਤੁਸੀਂ ਔਨਲਾਈਨ ਘਰ ਬੈਠ ਕੇ ਆਈਲੈਟਸ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਕੰਟੈਕਟ ਕਰੋ ਸਾਨੂੰ, ਜਾਂ ਈਮੇਲ ਕਰੋ info@landmarkimmigration.com 'ਤੇ, ਜਾਂ ਕਾਲ ਕਰ ਸਕਦੇ ਹੋ 8968262626 ਔਰ 9041057722। ਸੋ ਅਸੀਂ ਗੱਲ ਕੀਤੀ ਔਨਲਾਈਨ ਕਲਾਸਿਸ ਬਾਰੇ, ਡਿਊਲਿੰਗੋ ਟੈਸਟ ਬਾਰੇ, VFS ਬਾਰੇ, ਬਾਇਓਮੈਟ੍ਰਿਕਸ ਬਾਰੇ, CAQ ਬਾਰੇ ਔਰ ਅੰਬੈਸੀ ਰਿਜ਼ਲਟ ਬਾਰੇ। ਪਰ ਹੁਣ ਅਸੀਂ ਬਹੁਤ ਜ਼ਰੂਰੀ ਗੱਲ ਕਰਦੇ ਹਾਂ ਕਿ ਆਉਣ ਵਾਲੇ ਇਨਟੇਕਸ ਦਾ ਕੀ ਪ੍ਰਭਾਵ ਪਏਗਾ ਸਤੰਬਰ 2020 ਔਰ ਜਨਵਰੀ 2021। ਸੋ ਇਹਨਾਂ ਦੋਨੋਂ ਇਨਟੇਕਸ 'ਤੇ ਕੀ ਅਸਰ ਪਏਗਾ ਸਟੂਡੈਂਟਸ ਦਾ। ਸੀ ਹੋਪਫੁਲੀ 90% ਜੋ ਕਿ ਕੈਨੇਡੀਅਨ ਹਾਈ ਕਮਿਸ਼ਨ ਨੇ ਜਾਂ CIC ਨੇ 10 ਅਪ੍ਰੈਲ ਨੂੰ ਨਿਊਜ਼ ਦਿੱਤੀ ਸੀ ਕਿ ਸਤੰਬਰ ਇਨਟੇਕ ਉਹ ਰੈਗੂਲਰ ਚੱਲੇਗਾ, ਵੀਜ਼ਾ ਦਿੱਤੇ ਜਾਣਗੇ ਔਰ ਤੁਸੀਂ ਆਪਣੀਆਂ ਫਾਈਲਾਂ ਔਨਲਾਈਨ ਲਾ ਸਕਦੇ ਹੋ। ਸੋ ਇਹੀ ਅਪਡੇਟ ਸੀ ਲਾਸਟ। ਇਸ ਤੋਂ ਬਾਅਦ ਕੋਈ ਮੇਜਰ ਅਪਡੇਟ ਨਹੀਂ ਆਇਆ CIC ਵੱਲੋਂ, ਔਰ ਇਸ ਦੇ ਦੌਰਾਨ ਵਿੱਚ ਇਹੀ ਸਪਸ਼ਟ ਕੀਤਾ ਗਿਆ ਸੀ ਕਿ ਸਤੰਬਰ ਇਨਟੇਕ ਰੈਗੂਲਰ ਰਹੇਗਾ। ਬਟ ਫਿਰ ਵੀ ਬਹੁਤ ਸਾਰੇ ਸਟੂਡੈਂਟਸ ਦੇ ਮਨ 'ਚ ਇਹ ਡਾਊਟ ਹੈ ਕਿ ਸਤੰਬਰ ਇਨਟੇਕ ਜੇ ਰੈਗੂਲਰ ਨਹੀਂ ਚੱਲਦਾ ਤਾਂ ਮੈਂ ਕੀ ਕਰਾਂਗਾ। ਸੋ ਮੇਰੇ ਸਾਰੇ ਸਟੂਡੈਂਟਸ ਨੂੰ ਇਹੀ ਐਡਵਾਈਸ ਹੈਗੀ ਹੈ ਕਿ ਸਤੰਬਰ ਇਨਟੇਕ ਤੁਸੀਂ ਐਡਮਿਸ਼ਨ ਲਓ। ਬਹੁਤ ਸਾਰੇ ਕਾਲਜਸ ਇੱਦਾਂ ਦੇ ਹੈਗੇ ਜਿਨ੍ਹਾਂ ਦੀਆਂ ਸੀਟਸ ਆਲਮੋਸਟ ਫਿਨਿਸ਼ ਹੋ ਚੁੱਕੀਆਂ, ਔਰ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਆਉਣ ਵਾਲੇ ਸਤੰਬਰ ਇਨਟੇਕ 'ਚ ਤਾਂ ਤੁਸੀਂ ਬੇਸ਼ੱਕ ਅਪਲਾਈ ਕਰ ਸਕਦੇ ਹੋ। ਸੋ ਜੇ ਸਪੋਜ਼ ਆਫਲਾਈਨ ਚੱਲਦਾ ਵੀ ਹੈ, ਆਫਲਾਈਨ ਨਹੀਂ ਚੱਲਦਾ
ਸਪਟੈਂਬਰ ਇਨਟੇਕ, ਤਾਂ ਤੁਸੀਂ ਆਨਲਾਈਨ ਕਲਾਸਾਂ ਲਾ ਕੇ ਆਪਣਾ ਇੱਕ ਇਨਟੇਕ ਖਤਮ ਕਰ ਸਕਦੇ ਹੋ ਔਰ ਜਨਵਰੀ 'ਚ ਕੈਨੇਡਾ ਜੁਆਇਨ ਕਰ ਸਕਦੇ ਹੋ। ਬਟ 90% ਸਪਟੈਂਬਰ ਇਨਟੇਕ ਰੈਗੂਲਰ ਇਨਟੇਕ ਹੋਏਗਾ ਔਰ ਤੁਸੀਂ ਉੱਥੇ ਜਾ ਕੇ ਪੜ੍ਹ ਸਕੋਗੇ। ਹਾਲੇ ਤੱਕ ਇਹੀ ਅਪਡੇਟਸ ਆਏ ਨੇ ਕਿ ਬਾਏ ਸਪਟੈਂਬਰ ਫਲਾਈਟ ਟਰੈਵਲ ਰਿਸਟ੍ਰਿਕਸ਼ਨਸ ਹਟ ਜਾਣਗੀਆਂ ਔਰ ਸਟੂਡੈਂਟਸ ਜਾ ਕੇ ਪੜ੍ਹ ਸਕਣਗੇ। ਉਹ ਇਹੀ ਨਹੀਂ ਕਲੀਅਰ ਹੋਇਆ ਕਿ ਉਹ ਆਫਲਾਈਨ ਪੜ੍ਹਨਗੇ ਕਿ ਆਨਲਾਈਨ ਪੜ੍ਹਨਗੇ, ਬਟ ਤੁਸੀਂ ਕੈਨੇਡਾ ਜਾ ਸਕੋਗੇ। ਪਰ ਜੇ ਤੁਸੀਂ ਕੈਨੇਡਾ ਨਹੀਂ ਜਾ ਪਾਉਂਦੇ, ਤੁਸੀਂ ਸਪਟੈਂਬਰ ਇਨਟੇਕ 'ਚ ਐਡਮਿਸ਼ਨ ਜ਼ਰੂਰ ਲਓ ਤਾਂ ਕਿ ਤੁਸੀਂ ਆਪਣੀਆਂ ਆਨਲਾਈਨ ਕਲਾਸਿਸ ਘਰ ਬੈਠੇ ਇੰਡੀਆ 'ਚ ਲਾ ਸਕੋ। ਫਿਰ ਵੀ ਹੁਣ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਹੈਗੇ ਆ ਜਿਨ੍ਹਾਂ ਨੇ +2 ਪਿਛਲੇ ਸਾਲ ਕੀਤੀ ਸੀ ਔਰ ਆਈਲੈਟਸ ਦਾ ਐਗਜ਼ਾਮ ਬੁੱਕ ਕੀਤਾ ਹੋਇਆ ਸੀ ਪਰ ਨਹੀਂ ਦੇ ਪਾਏ। ਔਰ ਕੁਛ ਇੱਦਾਂ ਦੇ ਸਟੂਡੈਂਟਸ ਵੀ ਹੈਗੇ ਕਿ ਆਈਲੈਟਸ ਦੇ ਰਿਜ਼ਲਟ ਹੈਗੇ ਆ ਪਰ ਸਹੀ ਕੋਰਸ ਨਹੀਂ ਚੂਜ਼ ਕਰ ਪਾ ਰਹੇ। ਸੋ ਪਹਿਲਾਂ ਤਾਂ ਮੈਂ ਸਾਰੇ ਸਟੂਡੈਂਟਸ ਨੂੰ ਕਲੀਅਰ ਕਰਦਾ ਕਿ ਕੋਈ ਵੀ ਇੱਦਾਂ ਦੀ ਰਿਲੈਕਸੇਸ਼ਨ ਨਹੀਂ ਆਈ ਹੈ ਕੈਨੇਡਾ ਐਮਬੈਸੀ ਵੱਲੋਂ ਕਿ ਕੋਈ ਬੈਂਡ ਰਿਕੁਆਇਰਮੈਂਟ ਚੇਂਜ ਹੋ ਗਈ ਹੈ ਜਾਂ ਕੋਈ ਹੋਰ ਅਪਡੇਟ ਇੱਦਾਂ ਦਾ ਕਿ ਕੁਛ ਇੱਦਾਂ ਦਾ ਮੇਜਰ ਅਪਡੇਟ ਨਹੀਂ ਆਇਆ। ਕਿਉਂਕਿ ਬਹੁਤ ਸਾਰੇ ਸਟੂਡੈਂਟ ਕਈ ਵਾਰੀ ਕੁਐਸਚਨ ਪੁੱਛਦੇ ਆ ਕਿ ਸਰ ਕਿਸੇ ਕੰਸਲਟੈਂਟ ਨੇ ਮੈਨੂੰ ਕਿਹਾ ਕਿ 5.5 ਬੈਂਡ ਨਾਲ ਤੁਸੀਂ ਹੁਣ ਕੈਨੇਡਾ ਅਪਲਾਈ ਕਰ ਸਕਦੇ ਹੋ। ਸੀ ਇੱਦਾਂ ਦੀ ਕੋਈ ਵੀ ਅਪਡੇਟ ਨਹੀਂ ਆਏਗੀ। ਓਵਰਆਲ 5.5 ਬੈਂਡ ਨਾਲ ਤੁਸੀਂ ਕੈਨੇਡਾ ਅਪਲਾਈ ਕਰ ਸਕਦੇ ਹੋ। ਓਵਰਆਲ 6 ਬੈਂਡ ਨਾਲ ਜਿਵੇਂ ਤੁਸੀਂ ਪਹਿਲਾਂ ਅਪਲਾਈ ਕਰਦੇ ਸੀ ਉੱਦਾਂ ਹੀ ਹੁਣ ਵੀ ਤੁਸੀਂ ਓਵਰਆਲ 6 ਬੈਂਡ ਨਾਲ ਤੁਸੀਂ ਕੈਨੇਡਾ ਅਪਲਾਈ ਕਰ ਸਕਦੇ ਹੋ। 6C 'ਚ ਹੈਗੇ ਆ ਤਾਂ SDS ਕੈਟਾਗਰੀ 'ਚ ਤੁਹਾਡਾ ਕੇਸ ਲੱਗੇਗਾ। ਜੇ 6C 'ਚ ਨਹੀਂ ਹੈ ਤਾਂ ਨੌਨ SDS ਕੈਟਾਗਰੀ 'ਚ ਤੁਹਾਡਾ ਕੇਸ ਲੱਗੇਗਾ ਔਰ ਜਿਹਨੂੰ ਅਸੀਂ ਜਨਰਲ ਕੈਟਾਗਰੀ ਵੀ ਕਹਿੰਦੇ ਹਾਂ। ਸੋ ਆਉਣ ਵਾਲੇ ਇਨਟੇਕ ਸਪਟੈਂਬਰ 2020 'ਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਸਕਰੀਨ 'ਤੇ ਸਾਡੇ ਨੰਬਰ ਫਲੈਸ਼ ਹੋ ਰਹੇ ਨੇ ਔਰ ਜਨਵਰੀ ਦੇ ਵੀ ਕਾਫੀ ਸਾਰੀਆਂ ਸੀਟਸ ਓਪਨ ਹੋ ਚੁੱਕੀਆਂ ਔਰ ਜੇ ਤੁਸੀਂ ਜਨਵਰੀ ਇਨਟੇਕ 'ਚ ਅਪਲਾਈ ਕਰਨਾ ਚਾਹੁੰਦੇ ਹੋ, ਸੋ ਕਾਫੀ ਸਾਰੇ ਮਨ 'ਚ ਡਾਊਟ ਹੈਗੇ ਆ ਕਿ ਮੈਂ ਸਪਟੈਂਬਰ ਨਹੀਂ ਅਪਲਾਈ ਕਰਨਾ, ਮੈਂ ਸਪਟੈਂਬਰ 'ਚ ਆਨਲਾਈਨ ਕਲਾਸਿਸ ਨਹੀਂ ਲਾਣੀਆਂ ਔਰ ਮੈਂ ਕੈਨੇਡਾ ਜਾ ਕੇ ਹੀ ਪੜ੍ਹਨਾ, ਤਾਂ ਤੁਸੀਂ ਜਨਵਰੀ ਲਈ ਵੀ ਅਪਲਾਈ ਕਰ ਸਕਦੇ ਹੋ। ਕਿਉਂਕਿ ਬਹੁਤ ਸਾਰੇ ਸਟੂਡੈਂਟਸ ਆਲ ਓਵਰ ਇੰਡੀਆ ਸਪਟੈਂਬਰ ਔਰ ਜਨਵਰੀ ਇਨਟੇਕਸ ਲਈ ਘਰ ਬੈਠੇ ਹੀ ਅਪਲਾਈ ਕਰ ਰਹੇ ਨੇ। ਕਾਲਜਿਸ ਆਫਰ ਲੈਟਰਸ ਇਸ਼ੂ ਕਰ ਰਹੇ ਨੇ, ਫੀਸਾਂ ਜਮ੍ਹਾਂ ਹੋ ਰਹੀਆਂ ਨੇ, ਇਹ ਸਾਰਾ ਕੁਝ ਹੋ ਰਿਹਾ ਹੈ। ਔਰ ਜੇ ਤੁਹਾਡੀ ਆਫਰ ਲੈਟਰ ਆ ਚੁੱਕੀ ਹੈ, ਸੋ ਇਹ ਵੀ ਬਹੁਤ ਸਾਰੇ ਸਟੂਡੈਂਟ ਮੈਨੂੰ ਸਵਾਲ ਪੁੱਛਦੇ ਨੇ ਕਿ ਮੇਰੀ ਆਫਰ ਲੈਟਰ ਆ ਚੁੱਕੀ ਹੈ ਪਰ ਮੈਂ ਆਪਣੀ ਫੀਸ ਜਮ੍ਹਾਂ ਕਰਾਵਾਂ ਕਿ ਨਹੀਂ ਕਰਾਵਾਂ। ਸੀ ਤੁਹਾਡੀ ਆਫਰ ਲੈਟਰ ਆ ਗਈ ਸਪਟੈਂਬਰ ਇਨਟੇਕ ਦੀ, ਤੁਸੀਂ ਐਪਲੀਕੇਸ਼ਨ ਫੀਸ ਦਿੱਤੀ ਪਰ ਤੁਸੀਂ ਫੀਸ ਜਮ੍ਹਾਂ ਕਰਾਉਣ ਬਾਰੇ ਕਨਫਿਊਜ਼ ਹੋ। ਸੋ ਜੇ ਤੁਸੀਂ ਫੀਸ ਨਹੀਂ ਜਮ੍ਹਾਂ ਕਰਾਉਂਦੇ ਤੁਹਾਡੀ ਆਫਰ ਲੈਟਰ ਐਕਸਪਾਇਰ ਹੋ ਜਾਏਗੀ ਔਰ ਤੁਹਾਨੂੰ ਦੁਬਾਰਾ ਤੋਂ ਆਪਣਾ ਸਾਰਾ ਪ੍ਰੋਸੈਸ ਸ਼ੁਰੂ ਕਰਨਾ ਪਏਗਾ। ਐਪਲੀਕੇਸ਼ਨ ਫੀਸ ਜਮ੍ਹਾਂ ਕਰਾਉਣੀ ਪਏਗੀ, ਐਪਲੀਕੇਸ਼ਨ ਫੀਸ ਜਮ੍ਹਾਂ ਕਰਾ ਕੇ ਤੁਹਾਨੂੰ ਫਿਰ ਆਫਰ ਲੈਟਰ ਲਈ ਵੇਟ ਕਰਨੀ ਪਏਗੀ ਔਰ ਆਫਰ ਲੈਟਰ ਜੇ ਤੁਸੀਂ ਵੇਟ ਕਰਦੇ ਹੋ ਔਰ ਜੇ ਤੁਸੀਂ ਆਪਣੀ ਫੀਸ ਨਹੀਂ ਜਮ੍ਹਾਂ ਕਰਾਈ ਪਹਿਲੀ ਆਫਰ ਲੈਟਰ 'ਤੇ ਤਾਂ ਤੁਹਾਡਾ ਇਨਟੇਕ ਵੀ ਸ਼ਿਫਟ ਹੋ ਸਕਦਾ ਹੈ। ਸਪੋਜ਼ ਤੁਹਾਡੀ ਆਫਰ ਲੈਟਰ ਪਹਿਲਾਂ ਸਪਟੈਂਬਰ ਇਨਟੇਕ ਦੀ ਆਈ ਸੀ ਪਰ ਤੁਸੀਂ ਫੀਸ ਨਹੀਂ ਜਮ੍ਹਾਂ ਕਰਾਈ ਤਾਂ ਤੁਹਾਡਾ ਜਨਵਰੀ ਇਨਟੇਕ ਹੋ ਜਾਏਗਾ। ਸੋ ਸਾਰੇ ਸਟੂਡੈਂਟਸ ਨੂੰ ਮੇਰੀ ਇਹੀ ਐਡਵਾਈਸ ਹੈ, ਘਰ ਬੈਠੇ ਆ, ਪੋਜ਼ਿਟਿਵ ਰਹੀਏ। ਜ਼ਰੂਰ ਪ੍ਰੋਬਲਮ ਜ਼ਰੂਰ ਹੈਗੀ ਹੈ, ਸਾਰੀ ਦੁਨੀਆ 'ਤੇ ਪ੍ਰੋਬਲਮ ਹੈ ਪਰ ਅਸੀਂ ਪੋਜ਼ਿਟਿਵ ਰਹੀਏ, ਪੂਰੀ ਤਿਆਰੀ ਕਰਦੇ ਰਹੀਏ। ਚਾਹੇ ਘਰ ਬੈਠੇ ਅਸੀਂ ਆਨਲਾਈਨ ਕਲਾਸਿਸ ਅਟੈਂਡ ਕਰੀਏ ਜੇ ਵੀਜ਼ਾ ਲੱਗ ਚੁੱਕਿਆ ਹੈ, ਆਈਲੈਟਸ ਦੀ ਤਿਆਰੀ ਕਰੀਏ, ਡਿਊਲਿੰਗੋ ਟੈਸਟ ਦੀ ਤਿਆਰੀ ਕਰੀਏ ਜਾਂ ਕੁਛ ਨਵਾਂ ਕਰੀਏ ਜਿਹਦੇ ਨਾਲ ਸਾਨੂੰ ਜਾ ਕੇ ਕੈਨੇਡਾ ਵਿੱਚ ਫਾਇਦਾ ਹੋ ਸਕੇ। ਸੋ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਹੈਗੇ ਆ ਜਿਹੜੇ ਇਹ ਚੀਜ਼ਾਂ ਦੀ ਸਟਰਗਲ ਕਰ ਰਹੇ ਨੇ, ਪੈਨਿਕ ਹੈਗਾ ਉਹਨਾਂ ਨੂੰ, ਡਰੇ ਹੋਏ ਨੇ ਕਿ ਅਸੀਂ ਕੈਨੇਡਾ ਕਦੋਂ ਜਾ ਪਾਵਾਂਗੇ। ਸਾਡੇ ਵੀ ਬਹੁਤ ਸਾਰੇ ਇੱਦਾਂ ਦੇ ਸਟੂਡੈਂਟਸ ਹੈ ਜਿਨ੍ਹਾਂ ਦੇ ਵੀਜ਼ਾ ਲੱਗੇ ਸੀ ਪਰ ਫਲਾਈਟਸ ਨਾ ਜਾਣ ਕਰਕੇ ਹੱਲੇ ਉਹ ਘਰ ਹੀ ਬੈਠੇ ਨੇ। ਸੋ ਸਾਰੇ ਸਟੂਡੈਂਟਸ ਨੂੰ ਮੇਰੀ ਇਹੀ ਐਡਵਾਈਸ ਹੈਗੀ ਹੈ ਕਿ ਜੇ ਤੁਸੀਂ ਘਰ ਬੈਠੇ ਹੋ ਤਾਂ ਕੁਛ ਨਾ ਕੁਛ ਆਪਣੀ ਐਡੀਸ਼ਨ ਕਰੋ, ਨੌਲੇਜ 'ਚ ਐਡੀਸ਼ਨ ਕਰੋ ਔਰ ਕੁਛ ਨਾ ਕੁਛ ਨਵਾਂ ਸਿੱਖੋ ਜਿਹਦਾ ਜਾ ਕੇ ਤੁਹਾਨੂੰ ਕੈਨੇਡਾ 'ਚ ਫਾਇਦਾ ਹੋਵੇ। ਪਰ ਬਾਹਰ ਜਾਣ ਦਾ ਸੁਪਨਾ ਜ਼ਰੂਰ ਪੂਰਾ ਹੋਏਗਾ, ਇਸ ਇਨਟੇਕ 'ਚ ਨਹੀਂ ਤਾਂ ਆਉਣ ਵਾਲੇ ਇਨਟੇਕਸ 'ਚ ਪੂਰਾ ਹੋਏਗਾ। ਸੋ ਜਾਂਦੇ ਜਾਂਦੇ ਕੁਝ ਸਟੂਡੈਂਟਸ ਇੱਦਾਂ ਦੇ ਤੁਹਾਨੂੰ ਮਿਲਾਉਣਾ ਚਾਹੁੰਦੇ ਆ ਜਿਨ੍ਹਾਂ ਦਾ ਵੀਜ਼ਾ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਲੱਗਾ ਔਰ ਜੇ ਤੁਸੀਂ ਵੀ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਈਮੇਲ 'ਤੇ ਆਪਣੇ ਡਾਕੂਮੈਂਟਸ ਭੇਜ ਕੇ ਪੂਰੀ ਅਸੈਸਮੈਂਟ ਕਰਾ ਸਕਦੇ ਹੋ। ਸੋ ਡਿਊਰਿੰਗ ਦਿਸ ਟਾਈਮ ਸਾਡੇ ਕੁਝ ਆਫਿਸ ਓਪਨ ਹੋ ਗਏ ਨੇ ਔਰ ਆਉਣ ਵਾਲੇ ਦਿਨਾਂ 'ਚ ਸਾਨੂੰ ਲੱਗਦਾ ਹੈ ਕਿ ਸਾਰਾ ਕੁਝ ਬੈਕ ਟੂ ਨਾਰਮਲ ਹੋ ਜਾਏਗਾ, ਸਮੂਥ ਹੋ ਜਾਏਗਾ। ਬਣੇ ਰਹੋ ਲੈਂਡਮਾਰਕ ਇਮੀਗ੍ਰੇਸ਼ਨ ਨਾਲ। ਲੈਂਡਮਾਰਕ ਇਮੀਗ੍ਰੇਸ਼ਨ ਦਾ ਫੇਸਬੁੱਕ ਪੇਜ ਲਾਈਕ ਕਰੋ ਔਰ YouTube ਚੈਨਲ ਸਬਸਕ੍ਰਾਈਬ ਕਰੋ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਮੇਰੇ ਨਾਲ ਅੱਜ ਕੁਲਵੀਰ ਕੌਰ ਆ ਚੁੱਕੇ ਨੇ ਜਿਹੜੇ ਕਿ ਮੋਗੇ ਤੋਂ ਬਿਲੋਂਗ ਕਰਦੇ ਨੇ। ਫਾਈਨਲੀ ਆਪਣੇ ਹਸਬੈਂਡ ਨਾਲ ਆਏ ਨੇ। ਫਾਈਨਲੀ ਵੀਜ਼ਾ ਅਪਰੂਵ ਹੋ ਚੁੱਕਿਆ ਹੈ, ਬਹੁਤ ਹੀ ਅੜਚਨਾਂ ਤੋਂ ਬਾਅਦ ਅਪਰੂਵ ਹੋ ਗਿਆ ਬਟ ਫਾਈਨਲੀ ਵੀਜ਼ਾ ਹੋ ਚੁੱਕਿਆ। ਤਾਂ ਮੈਂ ਗੱਲ ਕਰਨਾ ਚਾਹੂੰਗਾ ਤੁਹਾਡੇ ਨਾਲ ਕੁਲਵੀਰ, ਕਿਵੇਂ ਦਾ ਐਕਸਪੀਰੀਅੰਸ ਸੀਗਾ ਉਹ ਲੇਟਰ ਔਨ ਗੱਲ ਕਰਦੇ, ਪਰ ਪਹਿਲਾਂ ਪ੍ਰੋਫਾਈਲ ਮੈਟਰ ਕਰਦੀ। ਹਮੇਸ਼ਾ ਕੈਨੇਡਾ ਕਿਹਾ ਜਾਂਦਾ ਕਿ
ਜਿਹੜੇ ਸਟੂਡੈਂਟ ਦੀ ਪ੍ਰੋਫਾਈਲ ਮੈਚ ਕਰਦੀ ਹੈ ਉਹਦਾ ਵੀਜ਼ਾ ਆਉਂਦਾ ਹੈ, ਅਦਰਵਾਈਜ਼ ਰਿਫਿਊਜ਼ਲ ਵੀ ਆਉਂਦੀਆਂ ਨੇ। ਤੇ ਤੁਹਾਡੀ ਪ੍ਰੋਫਾਈਲ ਕੀ ਸੀ ਇੰਡੀਆ ਦੇ ਵਿੱਚ, ਕੀ ਕੁਆਲੀਫਿਕੇਸ਼ਨਸ ਔਰ ਆਈਲੈਟਸ ਸਕੋਰ? My qualification is senior secondary clear, and I have got 6 overall band score in IELTS exam. Overall 6 bands got and +2 non medical ਸੀ ਹਨਾ, ਰਾਈਟ? Yes. am I right? ਓਕੇ, ਨਾਨ ਮੈਡੀਕਲ ਸੀ। ਕਿਹੜੇ ਕਾਲਜ ਜਾ ਰਹੇ ਹੋ ਤੁਸੀਂ ਪੜ੍ਹਨ Sir, ਲੱਗੇ? St. Clair College. ਸੇਂਟ ਕਲੇਅਰ ਕਾਲਜ ਦਾ ਪ੍ਰੋਗਰਾਮ ਕਿਹੜਾ ਤੁਹਾਡਾ ਉੱਥੇ? Sir, business, Big 600. ਬਿਜ਼ਨਸ ਪ੍ਰੋਗਰਾਮ। ਮੇਰੇ ਮਨ 'ਚ ਇੱਕ ਡਾਊਟ ਆ ਰਿਹਾ ਵਾ, ਤੁਹਾਡੇ ਜਦੋਂ ਤੁਸੀਂ ਅਪਲਾਈ ਕੀਤਾ ਸੀ ਆਇਆ ਜਾਂ ਨਹੀਂ ਆਇਆ ਮੈਨੂੰ ਨਹੀਂ ਪਤਾ, ਬਟ ਮੇਰੇ ਮਨ 'ਚ ਇੱਕ ਡਾਊਟ ਆ ਐਜ਼ ਅ ਬੀਇੰਗ ਅ ਸਟੂਡੈਂਟ ਕਈਆਂ ਦੇ ਆਉਂਦਾ ਹੋਣਾ ਕਿ ਨਾਨ ਮੈਡੀਕਲ ਤੋਂ ਬਾਅਦ ਬਿਜ਼ਨਸ ਪ੍ਰੋਗਰਾਮ ਮਿਲ ਜਾਊਗਾ, ਕਿਉਂਕਿ ਇਟਸ ਰਿਲੇਟਡ ਟੂ ਕਾਮਰਸ। Yes. ਅਸੀਂ ਬੱਚਿਆਂ ਨੂੰ ਇਹੀ ਸਮਝਾਉਂਦੇ, ਦੇਖੋ ਤੁਹਾਡੇ ਸਾਹਮਣੇ ਇੱਕ ਮਤਲਬ ਤੁਸੀਂ ਇਹ ਕਹ ਲਓ ਇੱਕ ਮਿਸਾਲ ਬਣ ਗਿਆ ਹੈ। ਨਾਨ ਮੈਡੀਕਲ ਸਟੂਡੈਂਟ ਕੈਨ ਗੋ ਫॉर ਅ ਬਿਜ਼ਨਸ ਪ੍ਰੋਗਰਾਮ ਕਿਉਂਕਿ ਮੈਥਸ ਪੜ੍ਹਦਾ ਬੱਚਾ ਉਹਦੇ 'ਚ। ਸੋ ਅੱਜ ਇਹਨਾਂ ਦਾ ਵੀਜ਼ਾ ਆ ਚੁੱਕਿਆ। ਓਵਰਆਲ 6 ਤੇ ਵੀ ਡਰਨ ਦੀ ਲੋੜ ਨਹੀਂ ਹੈ, ਨਾਨ ਮੈਡੀਕਲ ਤੋਂ ਬਾਅਦ ਬਿਜ਼ਨਸ ਵੀ ਡਰਨ ਦੀ ਲੋੜ ਨਹੀਂ। ਔਰ ਸਰਕਾਰੀ ਕਾਲਜ ਆ ਰਹੇ ਹੋ ਤੁਸੀਂ? Yes, sir. ਸਰਕਾਰੀ ਕਾਲਜ ਆ ਰਿਹਾ। ਔਰ ਤੀਸਰੀ ਗੱਲ ਬਹੁਤ ਇੰਪੋਰਟੈਂਟ, ਅਸੀਂ ਆਫ ਦਾ ਕੈਮਰਾ ਗੱਲ ਕਰ ਰਹੇ ਸੀਗੇ, ਮੈਰਿਡ ਹੈਗੇ ਨੇ, ਕਈਆਂ ਦਾ ਇਹ ਵੀ ਡਰ ਰਹਿੰਦਾ ਵਾ ਕਿ ਮੈਰਿਜ ਸ਼ੋਅ ਕਰਨੀ ਹੈ ਨਹੀਂ ਕਰਨੀ ਹੈ, ਕਿ ਜੈਨੂਅਨ ਹੋ ਤਾਂ ਜ਼ਰੂਰ ਸ਼ੋਅ ਕਰੋ। ਮੈਂ ਇਹੀ ਕਹੂੰਗਾ ਜੀ ਜੈਨੂਅਨ ਮੈਰਿਜ ਹੈ ਤਾਂ ਬਿਲਕੁਲ ਸ਼ੋਅ ਕਰੋ ਜਿਸ ਤਰ੍ਹਾਂ ਇਹਨਾਂ ਨੇ ਕੀਤੀ ਹੈ। ਤੇ ਹੁਣ ਤੁਹਾਡਾ ਵੀ ਪਲਾਨ ਹੈ ਸਰ ਨਾਲ ਫਿਰ ਆਫਟਰ ਦੈਟ? ਹਾਂਜੀ ਸਰ, ਆਫਟਰ ਦੈਟ ਆਪ ਸਰ ਦਾ ਵੀ ਪਲਾਨ ਬਣ ਚੁੱਕਿਆ ਹੁਣ, ਕਿ ਫੁੱਲ ਪ੍ਰੂਫ ਹੈ ਕਿ ਹੁਣ ਮੈਡਮ ਜਾ ਰਹੇ ਨੇ ਸਟੱਡੀ ਵੀਜ਼ਾ ਤੇ, ਸਰ ਜਾਣਗੇ ਡਿਪੈਂਡੈਂਟ ਵੀਜ਼ਾ ਤੇ। ਔਰ ਮਤਲਬ ਸਾਡੇ ਲਈ ਇੱਕ ਹੋਰ ਬਿਜ਼ਨਸ ਨਵਾਂ ਆ ਗਿਆ, ਯੈਸ ਸਰ। ਦੇਖਿਆ ਜਾਵੇ ਤਾਂ ਸਾਡੇ ਲਈ ਇੱਕ ਹੋਰ ਨਵਾਂ ਬਿਜ਼ਨਸ ਆ ਗਿਆ। ਸੋ ਥੈਂਕ ਯੂ ਵੈਰੀ ਮਚ ਕੁਲਵੀਰ, ਐਂਡ ਮੈਂ ਤੁਹਾਨੂੰ ਇਹ ਪਾਸਪੋਰਟ ਪ੍ਰੈਜ਼ੈਂਟ ਕਰਨਾ ਚਾਹੁੰਦਾ ਤੇ ਐਂਡ ਮੈਂ ਇਹੀ ਕਹੂੰਗਾ ਜੀ ਬੈਸਟ ਆਫ ਲੱਕ ਫॉर ਯੂਰ ਫਿਊਚਰ ਇਨ ਕੈਨੇਡਾ। ਐਂਡ ਸਰ ਤੁਹਾਡਾ ਵੀ ਜਲਦੀ ਤੋਂ ਜਲਦੀ ਵੀਜ਼ਾ ਆਏ ਤਾਂ ਕਿ ਆਪਾਂ ਹੋਰ ਬਹੁਤ ਸਾਰੇ ਰੈਫਰੈਂਸਸ ਤੁਹਾਡੇ ਤੋਂ ਲੈ ਸਕੀਏ। ਤਾਂ ਤੁਸੀਂ ਰਿਕਮੈਂਡ ਕਰੋਗੇ ਲੈਂਡਮਾਰਕ ਇਮੀਗ੍ਰੇਸ਼ਨ ਇਨ ਫਿਊਚਰ? Yes, in my opinion, Landmark Immigration is a very good service. This provides a very good services, and we got a very good experience from this. And I also recommend other friends to visit there for their future recommendations. ਸੋ ਥੈਂਕ ਯੂ ਵੈਰੀ ਮਚ ਵਨਸ ਅਗੇਨ, ਥੈਂਕ ਯੂ। Thank you so much. ਸਤਿ ਸ਼੍ਰੀ ਅਕਾਲ ਜੀ, ਮੇਰੇ ਨਾਲ ਸਟੂਡੈਂਟ ਆ ਚੁੱਕੇ ਨੇ ਹਰਪ੍ਰੀਤ ਸਿੰਘ, ਜਿਹੜੇ ਕਿ ਵਿਲੇਜ ਝੰਡਾ ਕਲਾਂ ਤੋਂ ਮਾਨਸਾ ਤੋਂ ਬਿਲੋਂਗ ਕਰਦੇ ਨੇ। ਤੋਂ ਅੱਜ ਗੱਲ ਕਰਦੇ ਹਾਂ ਆਪਾਂ ਹਰਪ੍ਰੀਤ ਦਾ ਕਿਵੇਂ ਦੀ ਰਿਹਾ, ਮਤਲਬ ਕਿਵੇਂ ਚੱਲਿਆ, ਕਿਵੇਂ ਲੈਂਡਮਾਰਕ ਨੂੰ ਇਹਨਾਂ ਨੇ ਲੱਭਿਆ, ਅੱਜ ਇਹਨਾਂ ਦਾ ਵੀਜ਼ਾ ਲੱਗ ਗਿਆ, ਸੁਪਨਾ ਪੂਰਾ ਹੋ ਗਿਆ ਔਰ ਅੱਗੇ ਬਹੁਤ ਸਾਰੀਆਂ ਔਕੜਾਂ ਆਣੀਆਂ ਨੇ। ਤਾਂ ਸਟਾਰਟ ਹੋਇਆ ਪਹਿਲਾ ਪੈਰਾ ਪੌੜੀ ਦਾ ਨਾ। ਸੋ ਹਰਪ੍ਰੀਤ, ਫਸਟ ਆਫ ਆਲ ਕੰਗ੍ਰੈਚੁਲੇਸ਼ਨ ਬ੍ਰਦਰ। ਥੈਂਕ ਯੂ ਸਰ। ਸੋ ਮੈਂ ਇਹੀ ਪੁੱਛਣਾ ਚਾਹੂੰਗਾ ਕਿ ਉਹ ਲੈਂਡਮਾਰਕ ਇਮੀਗ੍ਰੇਸ਼ਨ ਬਾਰੇ ਕਿੰਜ ਪਤਾ ਲੱਗਿਆ? ਮਤਲਬ ਮੇਰੇ ਪਹਿਲਾਂ ਸਿਸਟਰ ਦਾ ਇੱਥੇ ਵੀਜ਼ਾ ਲੱਗਾ ਸੀਗਾ, ਮੈਂ ਰੈਫਰੈਂਸ ਤੇ ਸੀਗਾ, ਮੇਰੇ ਪੈਟਰਨਲ ਅੰਕਲ ਸੀਗੇ ਜਿਹੜੇ, ਉਹਨਾਂ ਦੀ ਬੇਟੀ ਦਾ ਲੱਗਾ ਸੀ। ਮਤਲਬ ਰੈਫਰੈਂਸ ਤੋਂ ਹੈ, ਮਤਲਬ ਇੱਕ ਨਾ ਇੱਕ ਚੇਨ ਚੱਲ ਰਹੀ ਹੈ ਜੀ, ਚੇਨ ਸਿਸਟਮ ਚੱਲ ਰਿਹਾ, ਪਰ ਰੈਫਰੈਂਸਸ ਬਹੁਤ ਲੈਂਡਮਾਰਕ ਇਮੀਗ੍ਰੇਸ਼ਨ ਕੋ ਆ ਰਿਹਾ। ਅਗਰ ਕਿਸੇ ਨੂੰ ਸਹੀ ਸਰਵਿਸਿਜ਼ ਦਾ ਤੁਸੀਂ ਰੈਫਰੈਂਸ ਦਓਗੇ ਅੱਗੇ ਹੁਣ ਕਿਸੇ ਨੂੰ? ਹਾਂਜੀ ਬਿਲਕੁਲ ਜੀ, ਬਿਲਕੁਲ ਦਊਂਗਾ, ਕਿਉਂਕਿ ਵਧੀਆ ਤਰੀਕੇ ਨਾਲ ਵੀਜ਼ਾ ਆ ਚੁੱਕਿਆ। ਆਪਾਂ ਆਫ ਦਾ ਕੈਮਰਾ ਗੱਲ ਕਰ ਰਹੇ ਸੀਗੇ, ਪ੍ਰੋਫਾਈਲ ਬਾਰੇ ਡਿਸਕਸ਼ਨ ਕਰ ਰਹੇ ਸੀ। ਤੁਹਾਡਾ ਐਕੈਡਮਿਕ ਐਕਸੀਲੈਂਟ ਹੈਗਾ, ਤੁਹਾਡੇ ਕੋਲ 80% ਪਲੱਸ ਹੈ, ਰਾਈਟ? ਹਾਂਜੀ ਹਾਂਜੀ 80% ਪਲੱਸ ਐਕੈਡਮਿਕਸ ਹੈਗਾ। ਕਾਮਰਸ ਬੈਕਗ੍ਰਾਉਂਡ ਤੋਂ ਬਿਲੋਂਗ ਕਰਦੇ ਨੇ ਹਰਪ੍ਰੀਤ, ਔਰ ਦੇਖਿਆ ਜਾਵੇ ਤੇ ਕਾਮਰਸ ਵਿੱਚ ਵੀਜ਼ਾ ਆ ਗਿਆ, ਬਿਜ਼ਨਸ ਦੇ ਯੈਸ ਸਰ। ਬਿਜ਼ਨਸ ਪ੍ਰੋਗਰਾਮ ਪੜਨ ਜਾ ਰਹੇ ਨੇ, ਸਰਕਾਰੀ ਕਾਲਜ ਜਾ ਰਹੇ ਹੋ? ਯੈਸ ਸਰ। ਸਰਕਾਰੀ ਕਾਲਜ ਦੇ ਵਿੱਚ। ਪਰ ਕਹਿੰਦੇ ਇੱਕ ਡਾਊਟ ਸੀਗਾ ਹਰਪ੍ਰੀਤ, ਕਹਿੰਦਾ ਆਪਾਂ ਆਫ ਦਾ ਕੈਮਰਾ ਗੱਲ ਕਰਦੇ, ਕਹਿੰਦਾ ਯਾਰ 5.5 ਸੀਗੇ ਸਰ ਇੱਕ ਦੇ ਵਿੱਚੋਂ, ਕਿਤੇ ਨਾ ਕਿਤੇ ਨਾ ਡਾਊਟ ਬਣਿਆ ਹੋਇਆ ਸੀਗਾ। ਹਾਂਜੀ, ਕਿਉਂਕਿ ਮਾਰਕੀਟ ਦੇ ਵਿੱਚ ਘੁੰਮ ਕੇ ਵੀ ਮੈਂ ਬਹੁਤ ਦੇਖਿਆ ਜੀ, ਵੀ ਮੈਂ ਖੁਦ ਬਹੁਤ ਇੰਟਰਸਟ ਲੈਣਾ ਮੈਂ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ, ਤੇ ਮੈਂ ਕਾਫੀ ਜਗ੍ਹਾ ਤੋਂ ਸੁਣਿਆ ਵੀ ਸੀਗਾ, ਕਹਿੰਦੇ 1 ਚੋਂ 5.5 ਤੇ ਨਾ। ਵੀ ਮੈਂ ਰਿਫਿਊਜ਼ਲਸ ਵੀ ਬਹੁਤ ਦੇਖੀਆਂ ਜੀ, ਬਹੁਤ ਸਾਰੇ ਬੱਚੇ ਨੇ, ਮੇਰੇ ਫਰੈਂਡਸ ਤੱਕ ਦੀਆਂ ਦੇਖੀਆਂ ਜੀ ਮੈਂ ਰਿਫਿਊਜ਼ਲਸ, ਬਟ ਮੇਰਾ ਫਸਟ ਟਾਈਮ ਦੇ ਵਿੱਚ ਵੀਜ਼ਾ ਆ ਚੁੱਕਿਆ। ਫਸਟ ਟਾਈਮ ਦੇ ਵਿੱਚ ਵੀਜ਼ਾ ਸਰਕਾਰੀ ਕਾਲਜ ਦੇ ਵਿੱਚ ਆ ਗਿਆ। ਔਰ ਜਿਵੇਂ ਇਹਨੇ ਕਿਹਾ ਇਮੀਗ੍ਰੇਸ਼ਨ 'ਚ ਮੈਨੂੰ ਇੰਟਰਸਟ ਆ, ਮੈਨੂੰ ਲੱਗਦਾ ਇਹਨੇ ਪੀਆਰ ਲੈਣ ਤੋਂ ਬਾਅਦ ICCRC ਮੈਂਬਰ ਨਾ ਬਣਨਾ ਹੋਵੇ ਕਿਤੇ। ਨਹੀਂ ਨਹੀਂ ਸਰ, ਕੋਈ ਪਲੈਨਿੰਗ ਚੱਲ ਰਹੀ ਹੈ? ਨਹੀਂ ਨਹੀਂ ਸਰ, ਵੈਸੇ ਇੰਟਰਸਟ ਬਹੁਤ ਹੈ ਜੀ ਮੇਰਾ, ਸ਼ੁਰੂ ਤੋਂ ਹੀ ਇੰਟਰਸਟ ਰਿਹਾ। ਮੈਂ ਵੀਡੀਓਜ਼ ਵੀ ਲੈਂਡਮਾਰਕ ਦੀਆਂ ਕੰਟੀਨਿਊਸਲੀ ਚੈੱਕ ਕਰਦੇ ਰਹਿਣਾ ਮੈਂ, ਤੇ ਹਰੇਕ ਮੈਂ ਹਜੇ ਤੱਕ ਕੋਈ ਵੀਡੀਓ ਨਹੀਂ ਛੱਡੀ ਜਿਹੜੀ ਮੈਂ ਨਾ ਦੇਖੀ ਹੋਈ। ਓ ਮੈਂ ਤਾਂ ਤੁਸੀਂ ਵੀ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਸਾਡਾ, ਹਰ ਇੱਕ ਨੋਟੀਫਿਕੇਸ਼ਨ ਜਿਵੇਂ ਹਰਪ੍ਰੀਤ ਚੈੱਕ ਕਰਦਾ ਰਿਹਾ, ਵੀਜ਼ਾਸ ਆਏ, ਮੋਟੀਵੇਸ਼ਨ ਮਿਲੀ ਕਿ 5.5 ਬੈਂਡ ਤੇ ਵੀਜ਼ਾ ਲੈਂਡਮਾਰਕ ਦੇ ਵਿੱਚ ਆਉਂਦੇ ਆ। ਉਹਨੂੰ ਦੇਖਣ ਤੋਂ ਬਾਅਦ ਇਹ ਲੈਂਡਮਾਰਕ 'ਚ ਅਪਰੋਚ ਕੀਤਾ। ਆਲਰੇਡੀ ਰੈਫਰੈਂਸ ਤਕੜਾ ਸੀਗਾ ਕਿਉਂਕਿ ਪੈਟਰਨਲ ਅੰਕਲ ਦੀ ਬੇਟੀ ਦਾ ਵੀਜ਼ਾ ਅੱਗੇ ਆਇਆ ਸੀਗਾ, ਤੇ ਬਿਲਕੁਲ ਰੈਫਰੈਂਸ ਵੀ ਹੋ ਗਿਆ ਔਰ ਪੋਜ਼ਿਟਿਵ ਵੀ ਹੋ ਗਏ ਵੀਡੀਓਜ਼ ਨੂੰ ਦੇਖ ਕੇ, ਤੇ ਅੱਜ ਆਪਣਾ ਵੀਜ਼ਾ ਲੈਣ ਆਇਆ। ਸੋ ਫਾਈਨਲੀ ਮੈਂ ਹਰਪ੍ਰੀਤ ਨੂੰ ਕੰਗ੍ਰੈਚੁਲੇਟ ਕਰਨਾ ਚਾਹੁੰਦਾ, ਔਰ ਪਲੀਜ਼ ਹੋਲਡ ਯੂਰ ਪਾਸਪੋਰਟ ਮੈਨ, ਐਂਡ ਬੈਸਟ ਆਫ ਲੱਕ ਫॉर ਯੂਰ ਫਿਊਚਰ ਇਨ ਕੈਨੇਡਾ। ਥੈਂਕ ਯੂ ਸਰ। ਥੈਂਕ ਯੂ ਵੈਰੀ ਮਚ। ਥੈਂਕ ਯੂ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ, ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।